ਵਾਹਿਗੁਰੂ ਸਾਹਿਬ ਜੀ। ਦੰਡੌਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜਬ ਲਉ ਨਹੀਂ ਭਾਗ ਲਿਲਾਰ ਉਦੈ, ਤਬ ਲਉ ਬ੍ਰਹਮ ਤੇ ਫਿਰਤੇ ਬਹੁਤ ਆਇਓ। ਕਾਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂੰ ਮਿਟਹਿ ਨਹੀਂ ਰੇ ਪਛੁਤਾਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਸਾਧ ਸੰਗਤ ਜੀਓ, ਗੁਰੂ ਸਾਹਿਬ ਜੀ ਦਾ ਤਰਸ ਹੈ, ਰਹਿਮ ਹੈ ਕਿ ਇਸ ਕਲਯੁਗ ਦੇ ਸਮੇਂ ਦੇ ਦੌਰਾਨ ਸਾਨੂੰ ਪਾਤਸ਼ਾਹ ਜੀ ਆਪਣੇ ਗੁਰੂ ਸਾਹਿਬਾਨਾਂ ਦੇ, ਸ਼ਹੀਦਾਂ ਦੇ ਸ਼ਹਾਦਤ ਦੇ ਦਿਨ ਯਾਦ ਕਰਨ ਦਾ, ਮਨਾਉਣ ਦਾ ਅਵਸਰ ਪ੍ਰਦਾਨ ਕਰ ਰਹੇ ਹਨ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਮਿਹਰ ਹੈ, ਕਿਰਪਾ ਹੈ। ਹਰ ਸਾਲ ਦੀ ਤਰ੍ਹਾਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਥਾਨ ਤੇ ਸੰਗਤ ਦੇ ਸਹਿਯੋਗ ਦੇ ਨਾਲ ਹਰ ਇੱਕ ਪਰਿਵਾਰ ਨੇ ਆਪਣੀ ਭਾਵਨਾ ਦੇ ਨਾਲ ਚੱਲ ਰਹੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਜੋ ਲੜੀ ਸੀ, ਉਸ ਦੇ ਵਿੱਚ ਆਪਣੀ ਆਪਣੀ ਸੇਵਾ ਲਵਾਈ ਹੈ। ਤੇ ਉਸ ਤੋਂ ਉਪਰੰਤ ਪਰਸੋਂ ਰੋਜ਼ ਤੋਂ ਲੈ ਕਰਕੇ ਸਮੂਹ ਸਾਧ ਸੰਗਤ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਤੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਤੇ ਪਾਤਸ਼ਾਹ ਜੀ ਦੀ ਮਿਹਰ ਹੋਈ ਹੈ, ਕਿਰਪਾ ਹੋਈ ਹੈ। ਇਹ ਮਹਾਕੁੰਭ ਚੱਲੇ ਹਨ ਬਾਣੀ ਦੇ। ਤੇ ਜਿਹੜੇ ਇਨਸਾਨ ਨੂੰ, ਜਿਹੜੇ ਮਨੁੱਖ ਨੂੰ, ਜਿਹੜੇ ਸਿੱਖ ਨੂੰ ਅਕੀਦਾ ਗੁਰੂ ਦਾ ਹੋ ਜਾਂਦਾ ਹੈ, ਜਿਹੜਾ ਉਸ ਓਟ ਆਸਰਾ ਹੀ ਆਪਣੇ ਪ੍ਰਮਾਤਮਾ ਦਾ ਲੈ ਲੈਂਦਾ ਹੈ, ਉਸ ਇਨਸਾਨ ਦੇ ਕਾਰਜ ਮੇਰੇ ਪਾਤਸ਼ਾਹ ਜੀ ਆਪ ਸੰਪੂਰਨ ਕਰਦੇ ਹਨ। ਕਿਉਂਕਿ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਇਤਨੇ ਦਿਨ ਗੁਰਬਾਣੀ ਦਾ ਪ੍ਰਵਾਹ ਚੱਲਿਆ, ਨਾਮ ਜਪਾਇਆ ਪਾਤਸ਼ਾਹ ਜੀ ਨੇ। ਇਹ ਗੁਰੂ ਦੇ ਦਰ ਦੀ ਇੱਕ ਵਡਿਆਈ ਹੈ। ਪਾਤਸ਼ਾਹ ਜੀ ਦੇ ਘਰ ਦਾ ਬਹੁਤ ਵੱਡਾ ਇੱਕ ਮਹੱਤਮ ਹੈ। ਬਾਣੀ ਦੀ ਬਰਕਤ ਦੇ ਨਾਲ ਹੀ
ਸੰਗਤ ਦੇ ਵਿੱਚ ਜੁੜਨ ਦੇ ਨਾਲ ਹੀ ਮਨੁੱਖ ਦੇ ਘਰ ਦੇ ਕਾਰਜ ਚੱਲਦੇ ਹਨ, ਘਰਾਂ ਦੇ ਅੰਦਰ ਬਰਕਤਾਂ ਪੈਂਦੀਆਂ ਹਨ। ਪਰ ਆਪਣੇ ਗੁਰੂ ਨੂੰ, ਆਪਣੀ ਈਸ਼ਟ ਨੂੰ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਮਨੁੱਖ ਹਾਜ਼ਰੀ ਭਰੇ ਤੇ ਸਾਰੀਆਂ ਰਹਿਮਤਾਂ ਰੱਬ ਦੇ ਘਰ ਤੋਂ ਮਿਲਦੀਆਂ ਹਨ। ਤੇ ਰੱਬ ਦੇ ਬਾਬਤ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਜਿਹੜਾ ਪਰਮਾਤਮਾ ਹੈ ਨਾ, ਜਿਹੜਾ ਰੱਬ ਹੈ, ਉਹ ਪਰਮਾਤਮਾ ਦੀ ਮਨੁੱਖ ਦੇ ਉੱਤੇ ਇਤਨੀ ਰਹਿਮਤ ਹੈ, ਇਤਨੀ ਕਿਰਪਾ ਹੈ ਕਿ ਰੱਬ ਨੂੰ ਮਨੁੱਖ ਦੇ ਉੱਤੇ ਕਦੇ ਵੀ ਕ੍ਰੋਧ ਨਹੀਂ ਆਉਂਦਾ। ਕਹਿਣ ਤੋਂ ਭਾਵ ਕਿ ਕਦੇ ਰੱਬ ਪਰਮਾਤਮਾ ਮਨੁੱਖ ਦੇ ਉੱਤੇ ਗੁੱਸਾ ਨਹੀਂ ਕਰਦਾ। ਪਰਮਾਤਮਾ ਨੇ ਇੱਕ ਆਪਣੇ ਵੱਲੋਂ ਇੱਕ ਕਾਨੂੰਨ ਬਣਾ ਦਿੱਤਾ, ਕਹਿ ਦਿੱਤਾ ਬਾਣੀ ਦੇ ਅੰਦਰ, ਆਪੇ ਬੀਜ ਆਪੇ ਹੀ ਖਾ, ਕਿ ਭਾਈ ਜਿਹੋ ਜੇ ਕਰਮ ਕਰੇਗਾ ਉਸ ਤਰ੍ਹਾਂ ਦਾ ਵੱਢ ਲੇਗਾ। ਸਾਡੇ ਇੰਡੀਆ ਦੇ ਵਿੱਚ ਤੇ ਨਹੀਂ, ਫੋਰਨ ਦੇ ਅੰਦਰ ਇਸ ਤਰ੍ਹਾਂ ਦੇ ਕਾਨੂੰਨ ਬਣੇ ਹੋਏ ਹਨ ਕਿ ਇੱਕ ਮਨੁੱਖ ਜੇ ਕੋਈ ਕਿਸੇ ਪ੍ਰਕਾਰ ਦਾ ਕੋਈ ਕ੍ਰਾਈਮ ਕਰਦਾ ਹੈ, ਚੋਰੀ ਕਰਦਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਉਸਨੇ ਕ੍ਰਾਈਮ ਕਰ ਦਿੱਤਾ, ਕਿਸੇ ਦਾ ਕਤਲ ਕਰ ਦਿੱਤਾ, ਨਾ ਤੇ ਉੱਥੋਂ ਦੀ ਪੁਲਿਸ ਉਹਨਾਂ ਨੂੰ ਮਾਰਦੀ ਹੈ ਤੇ ਨਾ ਹੀ ਕੋਈ ਹੋਰ ਐਕਸ਼ਨ ਲੈਂਦੇ ਹਨ। ਬਸ ਉਹਨਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਕੀ ਮਿਲਦਾ ਹੈ, ਕਾਗਜ਼ਾਂ ਦੇ ਰਾਹੀਂ ਉਹਨਾਂ ਦਾ ਨਿਪਟਾਰਾ, ਕਾਗਜ਼ਾਂ ਦੇ ਰਾਹੀਂ ਉਹਨਾਂ ਦੀ ਪੇਸ਼ੀ ਪੈਂਦੀ ਹੈ। ਫਿਰ ਉਹ ਮਨੁੱਖ ਨੂੰ ਨਿਲ ਕਰਾਰ ਕਰ ਦਿੰਦੇ ਹਨ, ਨਾ ਘਰ ਲੈ ਸਕਦਾ ਹੈ, ਨਾ ਕਾਰੋਬਾਰ ਚਲਾ ਸਕਦਾ ਹੈ, ਨਾ ਕੋਈ ਹੋਰ ਸਰਕਾਰੀ ਸਹੂਲਤ ਲੈ ਸਕਦਾ ਹੈ, ਨਾ ਕੋਈ ਲੋਨ ਮਿਲਦਾ ਹੈ। ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਉਸ ਦਾ ਹਰ ਪ੍ਰਕਾਰ ਦੇ ਨਾਲ, ਹਰ ਪੱਖ ਦੇ ਨਾਲ ਉਸ ਦਾ ਕੀਤਾ ਹੋਇਆ ਜੋ ਉਸਨੇ ਕਰਮ ਹੁੰਦਾ ਹੈ ਨਾ, ਉਸ ਦਾ ਉਸ ਨੂੰ ਭੁਗਤਾਨ ਕਰਨਾ ਪੈਂਦਾ ਹੈ। ਤੇ ਰੱਬ ਦੇ ਘਰ ਦੇ ਅੰਦਰ ਵੀ ਇਸ ਤਰ੍ਹਾਂ ਦੀ ਹੀ ਇੱਕ ਪਾਤਸ਼ਾਹ ਜੀ ਨੇ ਕਾਨੂੰਨ ਦੇ ਨਾਲ ਸਿਸਟਮ ਬਣਾਇਆ ਕਿ ਭਾਈ ਆਪਣੇ ਕਰਮ ਕਰ ਤੇ ਆਪਣੇ ਕਰਮਾਂ ਦਾ ਖਾ। ਹਾਲਾਂਕਿ ਰੱਬ ਪਰਮਾਤਮਾ ਦੁਨੀਆ ਸੰਸਾਰ ਦੇ ਅੰਦਰ ਅਸੀਂ ਦੇਖਦੇ ਹਾਂ, ਅੱਜ ਦੀ ਘੜੀ ਦੇ ਅੰਦਰ ਕਿਤਨਾ ਦੁਨੀਆ ਸੰਸਾਰ ਵਿੱਚ ਕਹਿਰ ਵਾਪਰ ਰਿਹਾ। ਅੱਜ ਕੱਲ ਦੇ ਦਿਨਾਂ ਦੇ ਵਿੱਚ, ਥੋੜੇ ਦਿਨਾਂ ਦੇ ਵਿੱਚ, ਇਸ ਸਾਲ ਦੇ ਵਿੱਚ ਹੀ ਪੰਜਾਬ ਦੀ ਧਰਤੀ ਦੇ ਉੱਤੇ ਕਿਤਨਾ ਕਹਿਰ ਹੋਇਆ। ਥੋੜੇ ਦਿਨ ਪਹਿਲਾਂ ਹੋ ਗਏ ਉਸ ਲੜਕੇ ਦਾ, ਉਸ ਸਿੰਗਰ ਦਾ ਕਤਲੇਆਮ ਕੀਤਾ ਗਿਆ ਸ਼ਰੇਆਮ। ਇਹ ਦੁਨੀਆ ਸੰਸਾਰ ਆਪਣੇ ਵੱਲੋਂ ਬਹੁਤ ਕਹਿਰ ਕਰਦੀ ਹੈ, ਪਰ ਰੱਬ ਨੂੰ ਕਦੇ ਮਨੁੱਖ ਤੇ ਗੁੱਸਾ ਨਹੀਂ ਆਉਂਦਾ। ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਰੱਬ ਪਰਮਾਤਮਾ ਦੀ ਕਿਰਪਾ ਰਹਿਮਤ ਹੈ, ਕਿਉਂਕਿ ਸੰਸਾਰ ਜਗਤ ਦੇ ਅੰਦਰ ਜਿਤਨਾ ਸਮਾਂ ਬੱਚਾ ਪੈਦਾ ਹੋ ਰਿਹਾ ਹੈ, ਜਿਤਨਾ ਸਮਾਂ ਪੈਦਾਇਸ਼ ਹੋ ਰਹੀ ਹੈ, ਖਤਮ ਹੋ ਰਹੇ ਹਨ, ਇਹ ਬਸ ਪਰਮਾਤਮਾ ਦੇ ਘਰ ਦੀ ਕਿਰਪਾ ਹੈ, ਰਹਿਮਤ ਹੈ। ਹਾਲਾਂਕਿ ਰੱਬ ਪਰਮਾਤਮਾ ਆਪਣੇ ਵਜਦੇ ਦੇ ਵਿੱਚ ਆਵੇ, ਆਪਣੇ ਹੁਕਮ ਦੇ ਵਿੱਚ ਆਵੇ ਨਾ, ਦੁਨੀਆ ਨੂੰ 1 ਮਿੰਟਾਂ ਸਕਿੰਟਾਂ ਦੇ ਵਿੱਚ ਤਬਾਹ ਕਰ ਸਕਦਾ। ਪਿਛਲੇ ਸਾਲਾਂ ਦੌਰਾਨ ਅਸੀਂ ਇਹ ਇਤਿਹਾਸ ਵਿੱਚ ਦੇਖਿਆ ਹੈ ਕਿ ਚਾਈਨਾ ਦੇ ਵਿੱਚ 11 ਮੰਜ਼ਲੀ ਜਿਹੜੀਆਂ ਬਿਲਡਿੰਗਾਂ ਸੀ, ਉਸ ਜਗ੍ਹਾ ਨੂੰ ਬਹੁਤ ਸੁਹਾਵਣਾ ਆਖਿਆ ਜਾਂਦਾ ਸੀ। ਲੋਕ ਘੁੰਮਣ ਜਾਂਦੇ ਸਨ ਤੇ ਉਹ ਥੋੜੇ ਸਮੇਂ ਦੇ ਵਿੱਚ ਸਾਰੀ ਗਰਕ ਕਰਕੇ ਧਰਤੀ ਵਿੱਚ ਚਲੀ ਗਈ। ਹਰ ਜਗ੍ਹਾ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ। ਹਜੇ ਤੱਕ ਉੱਥੇ ਇਹ ਪੈਰਾਮੀਟਰ ਨਹੀਂ ਲਾ ਸਕੇ, ਇਹ ਅਨੁਮਾਨ ਨਹੀਂ ਲਾਇਆ ਜਾ ਸਕਿਆ ਕਿ ਭਾਈ ਕਿਤਨੇ ਲੋਕ ਉੱਥੇ ਮਰੇ ਹਨ ਜਾਂ ਕਿਤਨਾ ਨੁਕਸਾਨ ਹੋਇਆ। ਰੱਬ ਦੇ ਘਰ ਜੇ ਆਪਣੇ ਵਜਦ ਦੇ ਵਿੱਚ ਆਵੇ, ਆਪਣੇ ਹੁਕਮ ਦੇ ਵਿੱਚ ਆਵੇ ਨਾ, ਤੇ ਇਹ ਪਾਤਸ਼ਾਹ ਇਤਨਾ ਆਪਣੇ ਆਪ ਦੇ ਵਿੱਚ ਬਲ ਰੱਖਦਾ ਹੈ, ਆਪਣੇ ਭਗਤ ਨੂੰ ਪੁੱਛਦਾ ਹੈ। ਭਗਤ ਨਾਮਦੇਵ ਜੀ ਨੂੰ ਬਾਣੀ ਦੇ ਵਿੱਚ ਜ਼ਿਕਰ ਆਇਆ ਹੈ। ਭਗਤ ਨਾਮਦੇਵ ਜੀ ਨੂੰ ਜਦੋਂ ਪਕੜਿਆ ਗਿਆ, ਉਹ ਕਹਿਣ ਲੱਗੇ ਭਾਈ ਤੂੰ ਰਾਮ ਨਾ ਜਪਿਆ ਕਰ, ਅੱਲਾ ਜਪਿਆ ਕਰ। ਦੇਖੋ, ਰੱਬ ਪਰਮਾਤਮਾ ਦਾ ਨਾਮ ਇੱਕ ਹੈ, ਅੱਲਾ ਵੀ ਇੱਕ ਹੈ, ਪਰਮਾਤਮਾ ਵੀ ਇੱਕ ਹੈ, ਰਾਮ ਵਾਹਿਗੁਰੂ ਸਭ ਇੱਕ ਹਨ।
ਪਰ ਜਦੋਂ ਕਿਸੇ ਨੂੰ ਤੁਸੀਂ ਜਬਰੀ ਆਖੋ ਨਾ ਕਿਸੇ ਭਗਤ ਨੂੰ ਕਿ ਭਾਈ ਤੂੰ ਰਾਮ ਛੱਡ ਕਰਕੇ ਅੱਲਾ ਜਪਿਆ ਕਰ ਤੇ ਅੱਲਾ ਛੱਡ ਕਰਕੇ ਰਾਮ ਜਪਿਆ ਕਰ, ਫਿਰ ਉੱਥੇ ਭਗਤ ਦੀ ਅਤੇ ਪਰਮਾਤਮਾ ਦੀ ਇੱਕ ਬਹੁਤ ਵੱਡੀ ਐਸੇ ਪਿਆਰ ਦਾ ਸਬੂਤ ਮਿਲ ਜਾਂਦਾ। ਤੇ ਜਦੋਂ ਰਾਮ ਰਾਮ ਜਪਦੇ ਰਹੇ ਤੇ ਭਗਤ ਜੀ ਨੂੰ ਰੱਬ ਪਰਮਾਤਮਾ ਪ੍ਰਗਟ ਹੋ ਕਰਕੇ ਪਤਾ ਕੀ ਆਖਦਾ, ਉਹ ਕਹਿਣ ਲੱਗਿਆ ਇਹ ਤੁਹਾਡੇ ਤੇ ਇਤਨਾ ਕਹਿਰ ਕਰਦੇ ਪਏ ਹਨ, ਜੇ ਤੁਸੀਂ ਹੁਕਮ ਕਰੋ, ਭਗਤ ਜੀ ਨੂੰ ਆਖਦੇ ਹਨ ਕਿ ਮੈਂ ਇਸ ਧਰਤੀ ਨੂੰ ਪਲਟ ਦਿਆਂ, ਤੁਸੀਂ ਦੱਸੋ, 1 ਮਿੰਟ ਦੇ ਵਿੱਚ ਗਰਕ ਕਰਦੇ ਆ। ਭਗਤ ਜੀ ਕਹਿਣ ਲੱਗੇ ਨਹੀਂ, ਜੋ ਇਹਨਾਂ ਦਾ ਕੰਮ ਹੈ ਇਹਨਾਂ ਨੂੰ ਕਰਨ ਦਿਓ, ਜੋ ਰੱਬ ਦਾ ਕੰਮ ਹੈ ਤੁਸੀਂ ਆਪਣਾ ਕੰਮ ਕਰੋ। ਇਹਨਾਂ ਦਾ ਸੁਭਾਅ ਹੈ, ਕਿਉਂਕਿ ਨੈਗੇਟਿਵਿਟੀ ਹੈ ਅੰਦਰ। ਇਸ ਤਰ੍ਹਾਂ ਕਰਦਿਆਂ ਸੰਸਾਰ ਦੇ ਲੋਕ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਵੀ ਵੈਰ ਪੈਦਾ ਕਰ ਲੈਂਦੇ ਹਨ। ਇਤਿਹਾਸ ਵਿੱਚ ਆਉਂਦਾ ਹੈ, ਆਪ ਜੀ ਨੂੰ ਪਤਾ ਹੈ, ਸਭ ਤੋਂ ਪਹਿਲਾਂ ਰੱਬ ਦੇ ਘਰ ਦੇ ਨਾਲ ਵੈਰ ਕਿਹਨੇ ਪਾਇਆ? ਸਭ ਤੋਂ ਪਹਿਲਾਂ ਰੱਬ ਦੇ ਘਰ ਦੇ ਨਾਲ ਵੈਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੇ ਨਾਲ ਵੈਰ ਪਾਉਂਦਾ ਹੈ ਸਕਾ ਭਰਾ ਪ੍ਰਿਥੀ ਚੰਦ। ਸੋਚਦਾ ਸੀ ਕਿ ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਗੱਦੀ ਹੈ ਨਾ, ਉਹ ਮੈਨੂੰ ਮਿਲਣੀ ਚਾਹੀਦੀ ਹੈ, ਮੈਂ ਵਾਰਸ ਹਾਂ, ਮੈਂ ਵੱਡਾ ਹਾਂ। ਇੱਥੇ ਤੇ ਭਾਈ ਜਿਹੜਾ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਜਿਹੜਾ ਹੁਕਮ ਮੰਨਦਾ ਹੈ, ਉਸ ਇਨਸਾਨ ਨੂੰ ਵਡਿਆਈ ਮਿਲਦੀ ਹੈ। ਤੇ ਕਰਮੋਂ ਨੇ ਤੇ ਪ੍ਰਿਥੀ ਚੰਦ ਨੇ ਜ਼ੋਰ ਲਾ ਲਿਆ ਕਿ ਕਿਵੇਂ ਨਾ ਕਿਵੇਂ ਜਿਤਨਾ ਵੀ ਗੁਰੂ ਘਰ ਦਾ ਪ੍ਰਬੰਧ ਹੈ, ਗੁਰੂ ਘਰ ਦੀ ਮਾਇਆ ਧਨ ਜੋ ਕੁਝ ਵੀ ਹੈ, ਇੱਥੋਂ ਤੱਕ ਕਿ ਬਰਕਤਾਂ ਦੀ ਗੱਲ ਵੀ ਕਹਿ ਦਿੱਤੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰ ਤੇ ਕੁਝ ਨਹੀਂ, ਬਰਕਤਾਂ ਲੈਣੀਆਂ ਤਾਂ ਸਾਡੇ ਕੋਲੇ ਆਇਆ ਕਰੋ। ਤੇ ਬਾਦਸ਼ਾਹ ਜੀ ਨੂੰ ਖਤਮ ਕਰਨ ਵਾਸਤੇ ਸਭ ਤੋਂ ਪਹਿਲਾਂ ਉਸਨੇ ਕੀ ਕੀਤਾ ਹੈ, ਦਿੱਲੀ ਤੋਂ ਨਾ ਸੁਲਹੀ ਖਾਨ ਨੂੰ ਸੱਦਿਆ, ਉਸ ਦਾ ਪ੍ਰਸ਼ਾਦਾ ਪਾਣੀ ਛਕਾਇਆ, ਘਰ ਦੇ ਅੰਦਰ ਰੱਖਿਆ ਤੇ ਵਡਿਆਈ ਵਿੱਚ ਆ ਕਰਕੇ, ਰੋਹ ਵਿੱਚ ਆ ਕਰਕੇ ਕਹਿਣ ਲੱਗਿਆ, ਚਲੋ ਸੁਲਹੀ ਖਾਨ ਜੀ ਤੁਹਾਨੂੰ ਨਾ ਆਪਣੇ ਪੱਠੇ ਦਿਖਾ ਦਈਏ। ਪੱਠੇ ਦਿਖਾਉਣ ਗਏ ਤੇ ਉੱਥੇ ਸੁਲਹੀ ਖਾਨ ਦਾ ਘੋੜਾ ਤ੍ਰਿਪਕ ਗਿਆ, ਡਰ ਗਿਆ ਮਤਲਬ, ਤੇ ਡਰ ਕਰਕੇ ਘੋੜੇ ਸਮੇਤ ਸੁਲਹੀ ਖਾਨ ਪੱਠੇ ਦੇ ਵਿੱਚ ਹੀ ਸੜ ਕਰਕੇ ਖਤਮ ਹੋ ਗਿਆ। ਫਿਰ ਆਪਸ ਦੇ ਵਿੱਚ ਗੱਲ ਕਰਦੇ ਹਨ, ਕਰਮੋਂ ਆਖਦੀ ਹੈ ਕਿ ਇਹਨਾਂ ਦੇ ਘਰ ਕਿਹੜਾ ਪੁੱਤਰ ਹੋਣਾ ਹੈ, ਕਿਹੜੀ ਔਲਾਦ ਹੋਣੀ ਹੈ, ਇਹਨਾਂ ਨੇ ਔਂਤਰਿਆਂ ਜਾਣਾ ਹੈ ਤੇ ਜਿਹੜਾ ਰਾਜ ਭਾਗ ਹੈ ਸਭ ਕੁਝ ਸਾਡੇ ਕੋਲ ਆਉਣਾ, ਆਪਣੇ ਬੱਚਿਆਂ ਨੇ ਸੰਭਾਲਣਾ ਹੈ, ਕੋਈ ਗੱਲ ਨਹੀਂ। ਤੇ ਜਦੋਂ ਇਹ ਗੱਲ ਹੁੰਦੀ ਹੈ, ਰੱਬ ਦੇ ਘਰ ਨੂੰ, ਪਰਮਾਤਮਾ ਨੂੰ ਹਰ ਪੱਖ ਦੇ ਨਾਲ ਦੇਖਿਆ ਜਾਂਦਾ ਹੈ। ਰੱਬ ਦੇ ਨਾਲ ਮੱਥਾ ਲਾਉਣ ਵਾਲੇ ਬਹੁਤ ਲੋਕ ਆਉਂਦੇ ਹਨ। ਤੇ ਸਤਿਗੁਰੂ ਜੀ ਦੀ ਸ਼ਾਦੀ ਵਿਆਹ ਹੋਏ ਨੂੰ ਮਾਤਾ ਗੰਗਾ ਜੀ ਦੇ ਨਾਲ 8 ਸਾਲ ਹੋ ਚੁੱਕੇ ਸਨ। ਕੋਈ ਪਰਵਾਹ ਨਹੀਂ, ਦੁਨੀਆ ਸੰਗਤ ਆਉਂਦੀ ਹੈ, ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਬਰਕਤਾਂ, ਦੁੱਧ ਪੁੱਤ ਦੀ ਅਰਦਾਸ ਕਰਦੇ ਹਨ, ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ। ਮਾਤਾ ਗੰਗਾ ਸਭ ਕੁਝ ਦੇਖਦੀ ਹੈ, ਕਦੇ ਮਨ ਦੇ ਵਿੱਚ ਰੋਸ਼ ਨਹੀਂ ਆਇਆ। ਜਦੋਂ ਇਹ ਗੱਲ ਪਤਾ ਲੱਗੀ ਨਾ ਕਿ ਕਰਮੋਂ ਤੇ ਇਹ ਮਨ ਦੇ ਵਿੱਚ ਆਪਣੇ ਸ਼ਬਦਾਂ ਦੇ ਨਾਲ ਇਹ ਆਖਦੀ ਹੈ ਕਿ ਇਸ ਨੇ ਔਂਤਰੀ ਜਾਣਾ ਹੈ। ਸਭ ਤੋਂ ਵੱਡਾ ਦੁੱਖ ਇਸਤਰੀ ਨੂੰ ਇਸ ਚੀਜ਼ ਦਾ ਲੱਗਦਾ ਹੈ, ਜੇ ਉਸ ਨੂੰ ਤੁਸੀਂ ਕਹਿ ਦਿਓ ਨਾ ਕਿ ਇਹ ਬਾਂਝ ਹੈ, ਜਿਸ ਨੇ ਔਂਤਰੀ ਸੰਸਾਰ ਤੋਂ ਚਲੇ ਜਾਣਾ ਹੈ, ਉਸ ਨੂੰ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਹੈ। ਤੇ ਮਾਤਾ ਗੰਗਾ ਜੀ ਅੱਜ ਉਦਾਸ ਹਨ। ਪਾਤਸ਼ਾਹ ਜੀ ਨੇ ਪੁੱਛਿਆ ਕੀ ਗੱਲ, ਬੜੇ ਉਦਾਸ ਹੋ। ਸਤਿਗੁਰੂ ਜੀਓ, ਇਤਨਾ ਸਮਾਂ ਹੋ ਗਿਆ ਹੈ ਵਿਆਹ ਸ਼ਾਦੀ ਨੂੰ, ਕਦੇ ਮਨ ਵਿੱਚ ਉਦਾਸੀ ਨਹੀਂ ਆਈ। ਨਹੀਂ ਸੰਤਾਨ ਪ੍ਰਾਪਤ ਹੋਈ, ਕੋਈ ਗੱਲ ਨਹੀਂ, ਪਰ ਅੱਜ ਜੋ ਜਠਾਣੀ ਨੇ ਮੈਨੂੰ ਇਹ ਤਾਨਾ ਮਾਰਿਆ ਹੈ, ਮਿਹਣਾ ਮਾਰਿਆ ਹੈ ਕਿ ਇਹਨਾਂ ਨੇ ਅੰਤਰੇ ਸੰਸਾਰ ਵਿੱਚੋਂ ਚਲਿਆ ਜਾਣਾ ਹੈ, ਉਹ ਜਰਿਆ ਨਹੀਂ ਜਾਣਾ। ਫਿਰ ਬਾਦਸ਼ਾਹ ਜੀ ਨੇ ਹੁਕਮ ਕੀਤਾ, ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ। ਅਰਦਾਸ ਤੋਂ 10 ਮਹੀਨਿਆਂ ਬਾਅਦ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ।
ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਲੋਕ ਦੁਨੀਆ ਹੈ ਇਹ ਰੱਬ ਦੇ ਨਾਲ ਮੱਥਾ ਲਾਉਣ ਲੱਗਿਆਂ ਵੀ ਦੇਖਦੇ ਨਹੀਂ ਹਨ। ਤੇ ਦੇਖੋ ਫਿਰ ਪਾਤਸ਼ਾਹ ਜੀ ਨੇ ਹਰ ਇੱਕ ਪ੍ਰਕਾਰ ਦੇ ਨਾਲ ਉਸ ਘਰ ਦੇ ਨਾਲ ਕਦੇ ਵੈਰ ਨਹੀਂ ਕਮਾਇਆ। ਕਰਮੋਂ ਨੇ ਸਾਰਾ ਕੁਝ ਕਰਕੇ ਦੇਖ ਲਿਆ। ਪਾਤਸ਼ਾਹ ਜੀ ਆਪਣੇ ਘਰ ਤੋਂ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਆਉਣ ਲੱਗੇ ਤਾਂ ਉਹਨਾਂ ਨੇ ਕਚਰੇ ਦਾ ਉੱਪਰ ਇੱਕ ਬਾਟਾ ਸਿੱਟ ਦਿੱਤਾ ਤੇ ਅੰਦਰ ਦੀ ਠੰਡਕ ਨੂੰ ਖਤਮ ਕਰਨਾ ਚਾਹੁੰਦੇ ਸਨ। ਤੇ ਅੱਜ ਪੁੱਛਣ ਲੱਗੇ ਭਾਈ ਗੁਰਦਾਸ ਜੀ, ਕਹਿਣ ਲੱਗੇ ਸਤਿਗੁਰੂ ਜੀ ਅੱਜ ਲੇਟ ਹੋ ਗਏ। ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਆ ਤੇ ਸਮੇਂ ਸਿਰ ਸੀ, ਆ ਤੇ ਸਮੇਂ ਸਿਰ ਰਹੇ ਸੀ, ਪਰ ਨਾ ਕੋਈ ਸਾਡੇ ਅੰਦਰ ਦੀ ਠੰਡਕ ਨੂੰ ਖਤਮ ਕਰਨਾ ਚਾਹੁੰਦਾ ਹੈ। ਕਿਵੇਂ ਪਾਤਸ਼ਾਹ ਜੀ? ਕਹਿਣ ਲੱਗੇ ਤਿਆਰ ਹੋ ਕਰਕੇ ਆ ਰਹੇ ਸਾਂ ਅੰਮ੍ਰਿਤ ਵੇਲੇ ਤੇ ਅੱਗੋਂ ਕਰਮੋਂ ਨੇ ਅੱਗੋਂ ਕਚਰੇ ਦਾ ਜਿਹੜਾ ਬਾਟਾ ਪਿਆ ਸੀ, ਉੱਪਰ ਟੋਕਰਾ ਪਿਆ ਸੀ, ਉਹ ਮੇਰੇ ਉੱਤੇ ਸਿੱਟ ਦਿੱਤਾ। ਤੇ ਇਹ ਲੋਕ ਕਚਰਾ ਸਿੱਟ ਕਰਕੇ ਇਹ ਦੇਖਣਾ ਚਾਹੁੰਦੇ ਹਨ ਕਿ ਗੁਰੂ ਸਾਹਿਬ ਜੀ ਦੇ ਅੰਦਰ ਕਿਤਨੇ ਕੋ ਠੰਡਕ ਹੈ, ਠੰਡ ਨੂੰ ਭੰਗ ਕਰਨਾ ਚਾਹੁੰਦੇ ਹਨ। ਤੇ ਇੱਕੋ ਇਸ ਸ਼ਬਦ ਨੂੰ ਸੁਣਦਿਆਂ ਸਾਰ ਹੀ ਭਾਈ ਗੁਰਦਾਸ ਦੇ ਸ਼ਬਦ ਹਨ, ਸੋਤੇ ਸਿੱਧ ਮਹਾਂਪੁਰਖਾਂ ਦੇ ਬਚਨ ਨਿਕਲ ਜਾਂਦੇ ਹਨ। ਉਹ ਕਹਿਣ ਲੱਗੇ ਪਾਤਸ਼ਾਹ ਜੀ, ਤੁਹਾਡੇ ਤੇ ਕਚਰਾ ਸਿੱਟਣ ਵਾਲਾ, ਤੁਹਾਡੇ ਤੇ ਕੂੜਾ ਸਿੱਟਣ ਵਾਲੇ ਹੱਥਾਂ ਨੂੰ ਕੋੜ ਕਿਉਂ ਨਾ ਚੱਲ ਗਿਆ। ਸਾਨੂੰ ਵੀ ਦੁੱਖ ਲੱਗਦਾ ਕਿ ਆਪਣੇ ਗੁਰੂ ਨੂੰ ਕੋਈ ਕੁਝ ਕਹੇ ਤੇ ਆਪਾਂ ਇਹ ਸ਼ਬਦ ਆਖ ਦਿੰਨੇ ਹਾਂ, ਪਰ ਜਿਹੜੇ ਮਹਾਂਪੁਰਖਾਂ ਦਾ ਸ਼ਬਦ ਹੈ ਨਾ ਉਹ ਅਟਲੱਦ ਦਾ ਹੁੰਦਾ ਹੈ, ਮਤਲਬ ਕਿ ਉਸ ਨੂੰ ਕੋਈ ਕੱਟ ਨਹੀਂ ਸਕਦਾ। ਪਾਤਸ਼ਾਹ ਜੀ ਕਹਿਣ ਲੱਗੇ ਭਾਈ ਗੁਰਦਾਸ ਜੀਓ, ਇਸ ਤਰ੍ਹਾਂ ਦੇ ਸ਼ਬਦ ਨਹੀਂ ਆਖਣੇ ਚਾਹੀਦੇ। ਕਿਉਂ ਜੀ? ਕਿਉਂਕਿ ਬਾਣੀ ਪੜਨ ਵਾਲੇ ਮਹਾਂਪੁਰਖਾਂ ਦੇ ਬਚਨ ਪੂਰੇ ਹੋ ਜਾਂਦੇ ਹਨ। ਤੇ ਪਾਤਸ਼ਾਹ ਜੀ ਤੇ ਘਰੇ ਚਲੇ ਗਏ, ਬੜਾ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਰੂਟੀਨ ਹੁੰਦਾ ਹੈ। ਤੇ ਇਧਰ ਕਰਮੋਂ ਹੈ ਜਿਹੜੀ ਉਹ ਸੜਦੀ ਵਲਦੀ ਪਈ ਹੈ ਈਰਖਾ ਦੇ ਵਿੱਚ। ਤੇ ਬਚਨ ਹੁੰਦਿਆਂ ਸਾਰ ਹੀ ਦੂਸਰੇ ਦਿਨ ਤਈਏ ਦਾ ਬੁਖਾਰ ਚੜਿਆ ਹੈ, ਹੱਥਾਂ ਦੇ ਉੱਤੇ ਕੋੜ ਚੱਲ ਗਿਆ। ਤੇ ਪਾਤਸ਼ਾਹ ਜੀ ਦੇ ਅੰਦਰ ਸਤਿਗੁਰੂ ਜੀ ਨੂੰ ਜਦੋਂ ਪਤਾ ਲੱਗਿਆ ਨਾ ਸਤਿਗੁਰੂ ਜੀ ਦੇ ਅੰਦਰ ਕਿਤਨੀ ਠੰਡਕ ਹੈ, ਤੇ ਮਾਤਾ ਗੰਗਾ ਜੀ ਨੂੰ ਫੇਰ ਭੇਜਿਆ। ਕਹਿਣ ਲੱਗੇ ਜਾਓ ਉਹਨਾਂ ਨੂੰ ਇੰਜ ਕਰੋ, ਹਰ ਕੀ ਪੌੜੀ ਤੇ ਇਸ਼ਨਾਨ ਕਰਾ ਦਿਓ ਤੇ ਉਹਨਾਂ ਦਾ ਕੋੜ ਖਤਮ ਹੋ ਜਾਵੇ। ਪਾਤਸ਼ਾਹ ਜੀ ਉਹ ਤਾਂ ਆਪਣੇ ਪ੍ਰਤੀ ਇਤਨਾ ਵੈਰ ਰੱਖਦੇ ਹਨ। ਸਤਿਗੁਰੂ ਜੀ ਕਹਿਣ ਲੱਗੇ ਪਾਤਸ਼ਾਹ ਜੀ ਇਹ ਆਖਦੇ ਹਨ ਕਿ ਸਾਡਾ ਕੰਮ ਹੈ ਕਿ ਭਾਈ ਪਰਉਪਕਾਰ ਕਰਨਾ, ਜੇ ਕੋਈ ਕੋੜੀ ਹੈ ਉਸ ਦੀ ਵੀ ਸੇਵਾ ਕਰਨੀ ਹੈ। ਸਤਿਗੁਰੂ ਜੀ ਅੰਦਰ ਤੋਂ ਇਤਨੇ ਠੰਡੇ ਹਨ। ਤੇ ਫਿਰ ਉਸ ਤੋਂ ਬਾਅਦ ਇਹ ਜਿਹੜਾ ਪ੍ਰਿਥੀ ਚੰਦ ਹੈ, ਇਸ ਤੋਂ ਬਾਅਦ ਫਿਰ ਗੁਰੂ ਘਰ ਦੇ ਨਾਲ ਜਿਹੜਾ ਮੱਥਾ ਲਾਉਣ ਵਾਲਾ ਟਾਈਮ ਫਿਰ ਹੋਰ ਆ ਗਿਆ। ਛੇਵੇਂ ਪਾਤਸ਼ਾਹ ਮਹਾਰਾਜ ਜੀ ਜਵਾਨ ਹੋਏ ਤੇ ਸਤਿਗੁਰੂ ਜੀ ਵਾਸਤੇ ਨਾ ਦਿੱਲੀ ਤੋਂ ਰਿਸ਼ਤਾ ਆ ਗਿਆ। ਦੀਵਾਨ ਚੰਦੂ ਦੇ ਘਰੋਂ ਜਦੋਂ ਰਿਸ਼ਤਾ ਆਇਆ ਨਾ ਤੇ ਪਾਤਸ਼ਾਹ ਜੀ ਨੇ ਉਹ ਰਿਸ਼ਤਾ ਲੈ ਲਿਆ। ਤੇ ਇਹ ਜਿਹੜੀ ਗੱਲ ਹੈ ਜਦੋਂ ਜਾ ਕਰਕੇ ਉਸ ਪੰਡਤ ਨੇ ਜਾ ਕਰਕੇ ਦੱਸਿਆ ਨਾ ਰਿਸ਼ਤਾ, ਜਦੋਂ ਪਹਿਲਾਂ ਇਸ ਤਰ੍ਹਾਂ ਹੀ ਸੀ, ਭਾਈ ਰਿਸ਼ਤਾ ਕਰਾਉਂਦੇ ਸਨ, ਆ ਕਰਕੇ ਦੱਸਦੇ ਸੀ ਫਲਾਣੇ ਥਾਂ ਤੇ ਰਿਸ਼ਤਾ ਹੋ ਗਿਆ। ਤੇ ਦੀਵਾਨ ਚੰਦੂ ਹੈ ਜਿਹੜਾ ਉਹ ਆਪਣੇ ਜ਼ੁਬਾਨ ਤੋਂ ਆਪਣੇ ਮੁਖ ਤੋਂ ਇੱਕ ਵਚਨ ਕਰਦਾ ਹੈ, ਹੰਕਾਰ ਦੇ ਵਿੱਚ ਆਖ ਦਿੰਦਾ ਹੈ। ਕਹਿਣ ਲੱਗਿਆ ਤੁਸੀਂ ਤੇ ਕਹਿਣ ਲੱਗੇ ਚਵਾਰੇ ਦੀ ਇੱਟ ਮੋਰੀ ਨੂੰ ਲਾਏ, ਕਿੱਥੇ ਮੈਂ ਦੀਵਾਨ ਚੰਦੂ, ਮੈਂ ਚੌਧਰੀ ਸਮੇਂ ਦਾ, ਤੇ ਕਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਘਰ। ਬਹੁਤ ਗਲਤ ਕੀਤਾ ਜੀ। ਤੇ ਜਦੋਂ ਇਹ ਹੰਕਾਰ ਦੇ ਸ਼ਬਦ ਸਨ ਤੇ ਦੀਵਾਨ ਚੰਦੂ ਬਾਰੇ ਤੇ ਸੰਗਤ ਜਾਣਦੀ ਸੀ, ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ ਜਦੋਂ, ਤੇ ਪਾਤਸ਼ਾਹ ਜੀ ਨੇ ਸੰਗਤ ਦੇ ਹੁਕਮ ਦੇ ਨਾਲ ਨਾ ਇਹ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ, ਮਨਾ ਕਰ ਦਿੱਤਾ ਕਿ ਭਾਈ ਅਸੀਂ ਰਿਸ਼ਤਾ ਨਹੀਂ ਲੈਣਾ। ਤੇ ਹੰਕਾਰ ਵਿੱਚ ਆਇਆ, ਕਹਿਣ ਲੱਗਿਆ ਇਹ ਗੱਲ ਤੇ ਮੈਂ ਆਖਣੀ ਸੀ ਨਾ ਕਿ ਅਸੀਂ ਗੁਰੂ ਸਾਹਿਬ ਜੀ ਦੇ ਘਰ ਦੇ ਨਾਲ ਰਿਸ਼ਤਾ ਨਹੀਂ ਜੋੜਨਾ, ਅਸੀਂ ਤੇ ਸਮੇਂ ਦੇ ਚੌਧਰੀ ਹਾਂ, ਦੀਵਾਨ ਹਾਂ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਸਾਡੇ ਤੋਂ ਬਹੁਤ ਥੱਲੇ ਹਨ। ਹੰਕਾਰੀ ਇਨਸਾਨ ਇਸ ਤਰ੍ਹਾਂ ਕਰਦਾ ਹੈ।
ਤੇ ਜਦੋਂ ਉਹ ਜਵਾਬ ਦੇ ਦਿੱਤਾ ਤੇ ਇਧਰੋਂ ਹੰਕਾਰ ਦੇ ਵਿੱਚ ਆ ਕਰਕੇ ਨਾ ਫਿਰ ਇਸ ਨੇ ਕੀ ਕੀਤਾ, ਕੁਝ ਮਤਸਬੀ ਲੋਕਾਂ ਨੂੰ ਮਿਲਿਆ ਜਿਹੜੇ ਕੱਟੜਪੰਥੀ ਸਨ। ਮੁਰਤਜ਼ਾ ਖਾਂ ਵਰਗਿਆਂ ਨੂੰ ਮਿਲਿਆ ਤੇ ਸ਼ੇਖ ਬੁਖਾਰੀ ਜੀ ਨੂੰ ਮਿਲਿਆ, ਬੁਖਾਰੀ ਨੂੰ ਮਿਲਿਆ। ਸ਼ੇਖ ਬੁਖਾਰੀ ਨੂੰ ਮਿਲ ਕਰਕੇ ਆਖਣ ਲੱਗਿਆ ਕਿ ਗੁਰੂ ਸਾਹਿਬ ਜੀ ਨੇ ਨਾ ਕਿ ਉਹਨਾਂ ਦੇ ਪ੍ਰਤੀ ਆਪਾਂ ਇੱਕ ਦਰਖਾਸਤ ਦੇਣੀ ਹੈ, ਬਾਦਸ਼ਾਹ ਦੇ ਦਰ ਤੇ ਜਾਣਾ ਹੈ। ਅਕਬਰ ਦੇ ਦਰਬਾਰ ਤੇ ਲੈ ਗਿਆ। ਕਹਿਣ ਲੱਗੇ ਗੁਰੂ ਸਾਹਿਬ ਨੇ ਨਾ ਇੱਕ ਗ੍ਰੰਥ ਲਿਖਿਆ ਹੈ, ਉਸ ਵਿੱਚ ਇਸਲਾਮ ਧਰਮ ਦੀ ਤੌਹੀਨ ਕੀਤੀ ਹੈ। ਤੇ ਉਹ ਰਾਜਾ ਸੀ, ਫਿਰ ਉਸ ਨੂੰ ਬੁਲਾਉਣਾ ਪਿਆ। ਅਕਬਰ ਨੇ ਜਦੋਂ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਸੁਨੇਹਾ ਭੇਜਿਆ ਕਿ ਭਾਈ ਜਿਹੜਾ ਤੁਸੀਂ ਗ੍ਰੰਥ ਲਿਖਿਆ ਹੈ ਉਸ ਬਾਰੇ ਚਰਚਾ ਆਈ ਹੈ, ਗੱਲ ਆਈ ਹੈ ਕਿ ਤੁਸੀਂ ਇਸਲਾਮ ਦੀ ਤੌਹੀਨ ਲਿਖੀ ਹੈ, ਆ ਕਰਕੇ ਸਾਨੂੰ ਦੱਸੋ। ਤੇ ਬਾਬਾ ਬੁੱਢਾ ਜੀ ਨੂੰ ਭੇਜਿਆ। ਬਾਬਾ ਬੁੱਢਾ ਜੀ ਜਾ ਕਰਕੇ ਇੱਕੋ ਹੀ ਸ਼ਬਦ ਜਦੋਂ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਜੀ ਦੇ ਵਿੱਚੋਂ ਨਾ ਹੁਕਮਨਾਮਾ ਸਾਹਿਬ ਲਿਆ। ਪਹਿਲਾ ਹੁਕਮਨਾਮਾ ਸੀ ਯਕ ਅਰਜ ਗੁਪਤਮ ਪੇਸ਼ ਤੋ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੁਮ ਬੇ ਐ ਪਰਵਰਦਿਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਲਦਾਨੀ ਮਮ ਸਰ ਮੋਈ ਅਜ਼ਰਾਇਲ ਗਿਰਫਤ ਹੈ ਦਿਲ ਹੈ ਚੰਦਨ। ਤੇ ਇਹ ਸ਼ਬਦ ਸੁਣਦਿਆਂ ਸਾਰ ਬਾਦਸ਼ਾਹ ਜੀ ਸੀ ਜਿਹੜੇ ਸਨ ਤੇ ਅਕਬਰ ਨੂੰ ਪਤਾ ਲੱਗ ਗਿਆ ਕਿ ਇਸ ਵਿੱਚ ਤੇ ਪਰਮਾਤਮਾ ਦੇ ਘਰ ਦੀ ਸਿਫਤ ਕੀਤੀ ਹੈ, ਰੱਬ ਨੂੰ ਵੱਡਾ ਆਖਿਆ ਹੈ, ਅੱਲਾਹ ਨੂੰ ਵੱਡਾ ਆਖਿਆ ਹੈ, ਇਸ ਦੇ ਵਿੱਚ ਤੇ ਕੋਈ ਤੌਹੀਨ ਨਹੀਂ। ਉਹ ਕਹਿਣ ਲੱਗੇ ਥੋੜੇ ਅੰਗ ਅੱਗੇ ਪਿੱਛੇ ਹੋਰ ਕਰਕੇ ਦੇਖੋ। ਫਿਰ ਹੁਕਮਨਾਮਾ ਸਾਹਿਬ ਲਿਆ ਗਿਆ। ਫਿਰ ਹੁਕਮਨਾਮਾ ਸਾਹਿਬ ਦੇ ਵਿੱਚ ਆਇਆ ਕਿ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਇਹ ਸ਼ਬਦ ਸੁਣਦਿਆਂ ਸਾਰ ਅਕਬਰ ਨੂੰ ਮਾਫੀ ਮੰਗਣੀ ਪਈ ਗੁਰੂ ਦੇ ਦਰ ਤੋਂ ਤੇ ਬਾਦਸ਼ਾਹ ਜੀ ਦੀ ਪਰਿਕਰਮਾ ਕਰਕੇ ਮੱਥਾ ਟੇਕ ਕਰਕੇ ਆਖਣ ਲੱਗਿਆ ਸਾਨੂੰ ਮਾਫ ਕਰਨਾ। ਬਾਬਾ ਬੁੱਢਾ ਜੀ ਨੂੰ ਕਹਿ ਦਿੱਤਾ ਅਸੀਂ ਧਾਰਮਿਕ ਗ੍ਰੰਥਾਂ ਦੀ ਤੌਹੀਨ ਕੀਤੀ ਹੈ। ਤੇ ਇਹ ਜਿਹੜੀ ਗੱਲ ਹੈ ਨਾ ਦੀਵਾਨ ਚੰਦੂ ਨੂੰ ਤੇ ਕੱਟੜਪੰਥੀਆਂ ਨੂੰ ਫਿਰ ਪਚਦੀ ਨਹੀਂ। ਉਹ ਕਹਿਣ ਲੱਗੇ ਇੱਥੇ ਜਿਹੜਾ ਦਿੱਲੀ ਦੇ ਰਾਜ ਦੇ ਉੱਤੇ ਨਾ ਨਿਆਏ ਕਰਨ ਵਾਲਾ ਰਾਜਾ ਨਹੀਂ ਹੋਣਾ ਚਾਹੀਦਾ, ਇੱਥੇ ਤੇ ਪੱਖਪਾਤ ਕਰਨ ਵਾਲਾ ਰਾਜਾ ਹੋਣਾ ਚਾਹੀਦਾ ਜਿਹੜਾ ਪੱਖ ਰੱਖੇ। ਫਿਰ ਕੀ ਕਰੀਏ? ਫਿਰ ਇਹਨਾਂ ਨੇ ਨਾ ਦਰਬਾਰ ਦੇ ਅੰਦਰ ਇੱਕ ਐਸੇ ਬੰਦੇ ਨੂੰ ਸੱਦਿਆ, ਉਸ ਨੂੰ ਸੱਦ ਕਰਕੇ ਦਰਬਾਰ ਦੇ ਵਿੱਚ ਪੇਸ਼ ਕੀਤਾ ਤੇ ਉਸ ਨੂੰ ਕਹਿਣ ਲੱਗਿਆ, ਅਕਬਰ ਕਹਿਣ ਲੱਗਿਆ ਮੈਂ ਕੀ ਤੁਹਾਡੀ ਮਦਦ ਕਰ ਸਕਦਾ ਹਾਂ? ਕਹਿਣ ਲੱਗਿਆ ਮੈਂ ਮੰਤਰੀ ਦੇ ਅਹੁਦੇ ਤੇ ਨਾ ਇੱਕ ਬੰਦਾ ਰੱਖਣਾ ਹੈ, ਤੁਸੀਂ ਰੱਖੋ। ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਰੱਖ ਲੈਨੇ ਆ। ਤੇ ਮੁਰਤਜ਼ਾ ਖਾਨ ਨੂੰ ਜਦੋਂ ਮੰਤਰੀ ਦੇ ਅਹੁਦੇ ਤੇ ਰਖਾਇਆ ਨਾ, ਸਭ ਤੋਂ ਪਹਿਲੀ ਉਸ ਦੀ ਸਾਜ਼ਿਸ਼ ਸੀ, ਪਹਿਲਾ ਉਸ ਦਾ ਜਿਹੜਾ ਉਸਨੇ ਤੀਰ ਚਲਾਇਆ ਨਾ ਅਕਬਰ ਨੂੰ ਪ੍ਰਸ਼ਾਦੇ ਦੇ ਵਿੱਚ, ਉਸਨੇ ਸਾਰੇ ਲਾਂਗਰੀ ਸੀ ਜਿਹੜੇ ਸਨ ਨੌਕਰ ਚਾਕਰ ਸਨ ਸਾਰੇ ਚੇਂਜ ਕਰਤੇ, ਬਦਲਣ ਤੋਂ ਬਾਅਦ ਉਸਨੇ ਕੀ ਕੀਤਾ ਹੈ ਕਿ ਅਕਬਰ ਨੂੰ ਥੋੜਾ ਪ੍ਰਸ਼ਾਦੇ ਦੇ ਵਿੱਚ, ਰੋਟੀ ਦੇ ਵਿੱਚ ਨਾ ਜ਼ਹਿਰ ਦੇਣਾ ਸ਼ੁਰੂ ਕਰ ਦਿੱਤਾ। ਸਲੋ ਪੋਇਜ਼ਨ ਦੇ ਨਾਲ ਉਸ ਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਹੈ, ਕਹਿਣ ਲੱਗੇ ਹੁਣ ਆਪਣੇ ਹਿਸਾਬ ਦੇ ਨਾਲ ਕੋਈ ਰਾਜਾ ਬਣਾਇਆ ਜਾਵੇ। ਤੇ ਫਿਰ ਇਹਨਾਂ ਨੇ ਕੀ ਕੀਤਾ ਹੈ, ਜਿਹੜਾ ਉਸੇ ਹੀ ਘਰ ਦਾ, ਅਕਬਰ ਦੇ ਘਰ ਦਾ ਉਹਨਾਂ ਦਾ ਬੇਟਾ ਸੀ ਸ਼ਹਿਜ਼ਾਦਾ ਸਲੀਮ ਨੂੰ ਇੱਕ ਉਹਨਾਂ ਨੇ ਇਹ ਲਾਲਚ ਦੇ ਦਿੱਤਾ ਕਿ ਜੋ ਅਸੀਂ ਕਵਾਂਗੇ ਉਹ ਕਰਨਾ ਪਵੇਗਾ, ਤੁਹਾਨੂੰ ਬਾਦਸ਼ਾਹ ਬਣਾ ਦੇਣਾ। ਉਹ ਸ਼ਰਾਬੀ ਕਬਾਬੀ ਸੀ, ਨਸ਼ਈ ਸੀ। ਉਹ ਕਹਿਣ ਲੱਗਿਆ ਇਸ ਤੋਂ ਵੱਡੀ ਹੋਰ ਕੀ ਚੀਜ਼ ਹੋ ਸਕਦੀ ਹੈ, ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ ਵੀ ਜੇ ਮੈਂ ਸਮੇਂ ਦਾ ਰਾਜਾ ਬਣ ਜਾ, ਇਸ ਤੋਂ ਵੱਡਾ ਹੋਰ ਕੀ ਹੋ ਸਕਦਾ। ਜਿਵੇਂ ਤੁਸੀਂ ਕਹੋਗੇ ਉਵੇਂ ਕਰ ਦਿਆਂਗੇ। 6 ਮਹੀਨੇ ਹੋਏ ਸਨ ਹਜੇ, ਤੇ ਜਦੋਂ ਹੀ ਗੱਦੀ ਤੇ ਬੈਠਾ ਤੇ ਉਸਨੇ ਆਪਣਾ ਨਾਮ ਬਦਲ ਕਰਕੇ
ਆਪਣਾ ਨਾਮ ਬਦਲਿਆ, ਨਾਮ ਬਦਲ ਕਰਕੇ ਜਹਾਂਗੀਰ ਰੱਖ ਦਿੱਤਾ। ਜਹਾਂਗੀਰ ਦਾ ਕੀ ਅਰਥ ਹੁੰਦਾ ਹੈ ਕਿ ਇਹ ਜਿਹੜਾ ਜਹਾਨ ਹੈ, ਦੁਨੀਆ ਹੈ, ਮੇਰੀ ਮੁੱਠੀ ਵਿੱਚ ਹੈ, ਮੇਰੇ ਹੱਥ ਵਿੱਚ ਹੈ। ਤੇ ਉਸ ਨੇ 6 ਮਹੀਨਿਆਂ ਬਾਅਦ ਆਪਣੇ ਦਰਬਾਰ ਚੋਂ ਇਹ ਲਿਖ ਕਰਕੇ ਦੇ ਦਿੱਤਾ ਕਿ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਜਾਵੇ। ਤੇ ਜਦੋਂ ਇਹ ਪਾਤਸ਼ਾਹ ਜੀ ਕੋਲੇ ਸੁਨੇਹਾ ਭੇਜਿਆ ਗਿਆ ਤੇ ਸਤਿਗੁਰੂ ਜੀ ਆਏ। ਪਾਤਸ਼ਾਹ ਜੀ ਨੂੰ ਉਹਨਾਂ ਨੇ 3 ਸਵਾਲ ਕੀਤੇ ਕਿ ਸਾਡੀਆਂ 3 ਸ਼ਰਤਾਂ ਹਨ, ਤੁਹਾਡੀ ਕੋਈ ਦਲੀਲ ਨਹੀਂ ਸੁਣੀ ਜਾਵੇਗੀ, ਨਾ ਕੋਈ ਅਪੀਲ ਸੁਣੀ ਜਾਵੇਗੀ। ਸਾਡੀਆਂ 3 ਸ਼ਰਤਾਂ ਮੰਨ ਲਓ ਤੇ ਫਿਰ ਅਸੀਂ ਤੁਹਾਡੇ ਨਾਲ ਕੁਝ ਨਹੀਂ ਕਰਾਂਗੇ, ਨਾ ਤੁਹਾਨੂੰ ਸ਼ਹੀਦ ਕੀਤਾ ਜਾਵੇਗਾ। ਪਹਿਲੀ ਸ਼ਰਤ ਸੀ ਕਿ ਜੋ ਤੁਸੀਂ ਧਾਰਮਿਕ ਗ੍ਰੰਥ ਜਿਹੜਾ ਤੁਸੀਂ ਲਿਖਿਆ ਹੈ ਤੇ ਉਸ ਗ੍ਰੰਥ ਦੇ ਅੰਦਰ ਨਾ ਤੁਸੀਂ ਕਿਸੇ ਖਾਸ ਬੰਦੇ ਦੀ ਤੁਸੀਂ ਇੱਕ ਉਸ ਦੇ ਵਿੱਚ ਜ਼ਿਕਰ ਕਰਦੇ ਹੋ ਕਿ ਇਹ ਬਹੁਤ ਚੰਗਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਸਭ ਤੋਂ ਪਹਿਲੀ ਗੱਲ ਕਿ ਇਹ ਜਿਹੜੀ ਬਾਣੀ ਹੈ ਇਹ ਧੁਰਕੀ ਬਾਣੀ ਤੈਨੂੰ ਸਗਲੀ ਚਿੰਤ ਮਿਟਾਈ। ਤੇ ਪਾਤਸ਼ਾਹ ਜੀ ਦੇ ਰੱਬ ਦੇ ਘਰ ਦੀ ਬਾਣੀ ਹੈ, ਇਸ ਵਿੱਚ ਕਿਸੇ ਦਾ ਕੋਈ ਫੇਰ ਬਦਲ ਨਹੀਂ ਹੋ ਸਕਦਾ, ਕਿਸੇ ਦੀ ਕੋਈ ਕਿਸੇ ਆਮ ਬੰਦੇ ਦੀ ਜਾਂ ਕਿਸੇ ਇਨਸਾਨ ਦੀ ਵਡਿਆਈ ਨਹੀਂ ਹੋ ਸਕਦੀ। ਇੱਥੇ ਤੇ ਰੱਬ ਦੇ ਘਰ ਦੀ ਵਡਿਆਈ ਹੈ ਬਸ। ਤੇ ਦੂਸਰਾ ਜਿਹੜਾ ਉਹਨਾਂ ਨੇ ਸਵਾਲ ਕੀਤਾ, ਦੂਸਰੀ ਸ਼ਰਤ ਰੱਖੀ ਕਿ ਤੁਸੀਂ ਦੀਵਾਨ ਚੰਦੂ ਦੇ ਨਾਲ ਬਹੁਤ ਮਾੜਾ ਕੀਤਾ, ਤੁਸੀਂ ਜਿਹੜਾ ਰਿਸ਼ਤਾ ਸੀ ਉਸ ਨੂੰ ਮਨਾ ਕਰ ਦਿੱਤਾ ਤੇ ਰਿਸ਼ਤਾ ਲੈ ਲਓ। ਪਾਤਸ਼ਾਹ ਜੀ ਦੇ ਬਚਨ ਸਨ, ਕਹਿਣ ਲੱਗੇ ਸਾਡਾ ਜਿਹੜਾ ਦੀਵਾਨ ਚੰਦੂ ਹੈ ਨਾ, ਉਸ ਦੀ ਬੇਟੀ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ ਹੈ। ਜਿਸ ਤਰ੍ਹਾਂ ਦੀ ਇਹਨਾਂ ਦੀ ਬੇਟੀ ਹੈ ਉਸ ਤਰ੍ਹਾਂ ਦੀ ਸਾਡੀ ਬੱਚੀ ਹੈ। ਪਰ ਜਿਹੜਾ ਦੀਵਾਨ ਚੰਦੂ ਹੈ ਇਹ ਬਹੁਤ ਹੰਕਾਰੀ ਹੈ। ਹੰਕਾਰੀ ਬੰਦੇ ਦਾ ਗੁਰੂ ਦੇ ਦਰ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਸੰਬੰਧ ਨਹੀਂ ਹੈ। ਇੱਥੇ ਤੇ ਨਿਮਰਤਾ ਲੈ ਕਰਕੇ ਇਨਸਾਨ ਆਵੇ ਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਿਮਰਤਾ ਦੇ ਨਾਲ ਹੀ ਅਰਦਾਸ ਕਰੇ ਤੇ ਝੋਲੀਆਂ ਭਰ ਕੇ ਪਾਤਸ਼ਾਹ ਜੀ ਦੇ ਦਰ ਤੋਂ ਲੈ ਕਰਕੇ ਜਾਂਦਾ ਹੈ। ਅੱਜ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੇ ਅਸੀਂ ਜੁੜਦੇ ਹਾਂ ਨਾ, ਜੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਸੀਂ ਹੰਕਾਰ ਕਰਕੇ ਕਹਿ ਦਈਏ ਕਿ ਮੇਰੇ ਸਿਰ ਤੇ ਚੱਲਦਾ ਹੈ, ਸਾਡੇ ਸਿਰ ਤੇ ਚੱਲਦਾ ਹੈ, ਸਾਡੇ ਹੁਕਮ ਦੇ ਅਨੁਸਾਰ ਚੱਲਦਾ ਹੈ, ਇਹ ਮਨੁੱਖ ਦਾ ਭੁਲੇਖਾ ਹੋ ਸਕਦਾ। ਭਾਈ ਇਹ ਗੁਰੂ ਦਾ ਦਰ ਹੈ। ਜਦੋਂ ਤੂੰ ਨਹੀਂ ਵੀ ਇਸ ਦੁਨੀਆ 'ਚ ਸੀ ਨਾ, ਉਦੋਂ ਵੀ ਗੁਰੂ ਦਾ ਦਰ ਚੱਲਦਾ ਸੀ, ਤੇ ਜਦੋਂ ਤੂੰ ਨਹੀਂ ਰਹੇਗਾ ਵੀ, ਤੇ ਜਦੋਂ ਤੂੰ ਇਸ ਦੁਨੀਆ ਤੋਂ ਕੂਚ ਕਰ ਗਿਆ, ਦੁਨੀਆ ਤੋਂ ਚਲਿਆ ਗਿਆ, ਤਾਂ ਵੀ ਗੁਰੂ ਦਾ ਦਰ ਚੱਲਦਾ ਰਹੇਗਾ। ਗੁਰਦੁਆਰਾ ਸਾਹਿਬ ਜੀ ਦੀਆਂ ਜਾਂ ਪਾਤਸ਼ਾਹ ਜੀ ਦੇ ਦਰ ਦੀਆਂ ਜਿਹੜੀਆਂ ਸੇਵਾਵਾਂ ਹਨ, ਇੱਕ ਖਾਸ ਬੰਦੇ ਦੇ ਹੱਥ ਵਿੱਚ ਨਹੀਂ, ਇੱਕ ਕੋਈ ਇਨਸਾਨ ਨਹੀਂ ਕਰ ਸਕਦਾ। ਇਹਦੇ ਸੰਗਤ ਦਾ ਉਪਰਾਲਾ ਹੈ। ਅਸਥਾਨ ਬਣਦੇ ਹਨ, ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੰਗਤਾਂ ਜੁੜਦੀਆਂ ਹਨ ਤੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਰਹਿਮਤਾਂ ਬਖਸ਼ਿਸ਼ਾਂ ਲੈ ਕਰਕੇ ਜਾਂਦੇ ਹਨ ਲੋਕੀ। ਸੋ ਕਹਿਣ ਲੱਗੇ ਭਾਈ ਇਹ ਵੀ ਨਹੀਂ ਹੋ ਸਕਦਾ, ਇਹ ਤੇ ਪਰਮਾਤਮਾ ਦੇ ਘਰ ਦੀ ਬਾਣੀ ਹੈ। ਤੇ ਦੂਸਰਾ ਹੰਕਾਰੀ ਮਨੁੱਖ ਦਾ ਇੱਥੇ ਭਾਈ ਕੋਈ ਲੈਣ ਦੇਣ ਨਹੀਂ, ਕੋਈ ਸੰਬੰਧ ਨਹੀਂ ਹੈ। ਤੇ ਤੀਸਰਾ ਕਹਿਣ ਲੱਗੇ ਸਲਾਮ ਅਪਣਾ ਲਓ, ਫਿਰ ਤੁਸੀਂ ਆਪਣਾ ਧਰਮ ਤਬਦੀਲ ਕਰ ਲਓ। ਤੇ ਉਸ ਦੇ ਨਾਲ ਇੱਕ ਹੋਰ ਗੱਲ ਕਹਿ ਦਿੱਤੀ। ਕਹਿਣ ਲੱਗੇ ਤੁਸੀਂ ਅਸਥਾਨ ਬਣਾਇਆ। ਬਾਦਸ਼ਾਹ ਜੀ ਕਹਿਣ ਲੱਗੇ ਹਾਂਜੀ। ਸੰਗਤਾਂ ਜੁੜਦੀਆਂ ਹਨ, ਹਾਂਜੀ। ਤੇ ਸੰਗਤਾਂ ਜੁੜਦੀਆਂ ਹਨ, ਬਹੁਤ ਪੈਸਾ ਧਨ ਵੀ ਜੁੜਦਾ ਹੈ। ਕਹਿਣ ਲੱਗੇ ਹਾਂ ਪੈਸਾ ਧਨ ਜੁੜਦਾ ਹੈ। ਫਿਰ ਉਸ ਦੇ ਵਿੱਚੋਂ ਟੈਕਸ ਦੇਣਾ ਸ਼ੁਰੂ ਕਰ ਦਿਓ। ਸਰਕਾਰਾਂ ਮੰਗਦੀਆਂ ਹਨ ਟੈਕਸ, ਹਰ ਇੱਕ ਇਨਸਾਨ ਤੋਂ ਮੰਗਦੀਆਂ ਹਨ। ਪਾਤਸ਼ਾਹ ਜੀ ਕਹਿਣ ਲੱਗੇ ਭਾਈ ਗੁਰੂ ਘਰ ਦੇ ਅੰਦਰ ਸੰਗਤਾਂ ਜੁੜਦੀਆਂ ਹਨ, ਸੰਗਤਾਂ ਦੀ ਜਿਹੜੀ ਤਿਲ ਫੁੱਲ ਭੇਟਾਵਾਂ ਹੁੰਦੀਆਂ ਹਨ, ਇਹ ਮੇਰੇ ਕਿਰਤੀ ਸਿੱਖਾਂ ਦੀ ਜਿਹੜੀ 10 ਨੌਹਾਂ ਦੀ ਕਮਾਈ ਹੈ ਨਾ, ਤੇ ਉਹ ਇਕੱਠੀ ਹੁੰਦੀ ਹੈ। ਹਾਂ ਜੇਕਰ ਕੋਈ ਦੁਖੀ ਹੈ, ਉਸ ਨੂੰ ਇਲਾਜ ਵਾਸਤੇ ਪੈਸਾ ਚਾਹੀਦਾ ਤਾਂ ਗੁਰੂ ਦੀ ਗੋਲਕ ਵਿੱਚੋਂ ਦਿੱਤਾ ਜਾਵੇਗਾ। ਜੇਕਰ ਕਿਤੇ ਲੰਗਰਾਂ ਦੀ ਜ਼ਰੂਰਤ ਹੈ, ਤਾਂ ਕਰਕੇ ਕਿਸੇ ਨੂੰ ਲੰਗਰਾਂ ਦੀ ਜ਼ਰੂਰਤ, ਪ੍ਰਸ਼ਾਦੇ ਪਾਣੀ ਦੀ ਜ਼ਰੂਰਤ, ਤਾਂ ਗੁਰੂ ਘਰ ਦੇ ਵਿੱਚੋਂ ਛਕ ਸਕਦਾ ਹੈ। ਜੇ ਕਿਸੇ ਨੂੰ ਹੋਰ ਪ੍ਰਕਾਰ ਦੀ, ਕਿਸੇ ਨੂੰ ਕੋਈ ਜ਼ਰੂਰਤਮੰਦ ਬੰਦੇ ਨੂੰ ਜ਼ਰੂਰਤ ਹੈ ਨਾ, ਤੇ ਗੁਰੂ ਦੇ ਦਰ ਤੋਂ ਉਸ ਦੀ ਜ਼ਰੂਰਤ ਪੂਰੀ ਕੀਤੀ ਜਾਵੇਗੀ। ਜੇ ਤੁਸੀਂ ਕਹੋ ਨਾ ਕਿ ਟੈਕਸ ਨਹੀਂ ਦਿੱਤਾ ਜਾਵੇਗਾ,
ਦੇਖੋ ਉਸ ਦਿਨ ਤੋਂ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ, ਕਾਨੂੰਨ ਬਣਿਆ, ਇੱਕ ਲਾਅ ਬਣਿਆ ਹੋਇਆ ਹੈ। ਕੋਈ ਵੀ ਧਾਰਮਿਕ ਜਗ੍ਹਾ, ਮੰਦਿਰ ਹੋਵੇ, ਗੁਰਦੁਆਰਾ ਸਾਹਿਬ ਹੋਵੇ, ਮਸਜਿਦ ਹੋਵੇ, ਚਰਚ ਹੋਵੇ, ਕੋਈ ਵੀ ਹੋਵੇ, ਜਿਸ ਜਗ੍ਹਾ ਦੇ ਉੱਤੇ ਪੈਸਾ ਧਨ ਇਕੱਠਾ ਹੁੰਦਾ ਹੈ, ਅੱਜ ਤੱਕ ਕਿਸੇ ਵੀ ਗੋਲਕ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਟੈਕਸ ਨਹੀਂ ਹੈ। ਪਾਤਸ਼ਾਹ ਜੀ ਕਹਿਣ ਲੱਗੇ ਇਹ ਵੀ ਗੱਲ ਤੁਹਾਡੀ ਕਬੂਲੀ ਨਹੀਂ ਜਾਵੇਗੀ। ਫਿਰ ਕੀ ਕੀਤਾ ਉਹਨਾਂ ਨੇ? ਆਪਣੇ ਵੱਲੋਂ ਲਿਖ ਕੇ ਦੇ ਦਿੱਤਾ। ਕਹਿਣ ਲੱਗੇ ਜਾਸਾ ਕਾਨੂੰਨ ਦੇ ਅਨੁਸਾਰ ਨਾ ਇਹਨਾਂ ਨੂੰ ਸ਼ਹੀਦ ਕਰ ਦਿਓ। ਜਾਸਾ ਕਾਨੂੰਨ ਦੇ ਅਨੁਸਾਰ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਬੰਦੇ ਨੂੰ ਮਾਰਨਾ ਤੇ ਹੈ, ਐਸੀ ਮੌਤ ਹੋਵੇ ਕਿ ਦੁਨੀਆ ਦੇ ਅੰਦਰ ਇੱਕ ਤੇ ਲੋਕ ਯਾਦ ਰੱਖਣ, ਲੋਕਾਂ ਦੇ ਅੰਦਰ ਡਰ ਬਣਿਆ ਰਹੇ। ਤੇ ਦੂਸਰੀ ਗੱਲ ਇਹ ਹੈ ਕਿ ਜਿਸ ਨੂੰ ਮਾਰਨਾ ਹੈ ਜਾਂ ਜਿਸ ਨੂੰ ਸ਼ਹੀਦ ਕਰਨਾ ਹੈ, ਉਸ ਦਾ ਖੂਨ ਧਰਤੀ ਤੇ ਨਾ ਡਿੱਗੇ। ਫਿਰ ਕੀ ਕੀਤਾ? ਚੰਦੂ ਨੇ ਤੇ ਮੁਰਤਜ਼ਾ ਖਾਨ ਨੇ ਕੀ ਕੀਤਾ? ਉਹਨਾਂ ਨੇ ਬਹੁਤ ਜਲਾਦਾਂ ਨੂੰ ਸੱਦਿਆ। ਜਲਾਦਾਂ ਨੂੰ ਸੱਦ ਕਰਕੇ ਨਾ ਕਹਿ ਦਿੱਤਾ ਕਿ ਗੁਰੂ ਸਾਹਿਬ ਨੂੰ ਨਾ ਤੱਤੀ ਤਵੀ ਤੇ ਬਿਠਾ ਦਿਓ। ਤੱਤੀ ਤਵੀ ਤੇ ਬਿਠਾਉਣ ਦਾ ਜਿਹੜਾ ਸਿਲਸਿਲਾ ਸੀ, ਸਭ ਤੋਂ ਪਹਿਲਾਂ ਪਾਤਸ਼ਾਹ ਜੀ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ। ਸਤਿਗੁਰੂ ਜੀ ਨੂੰ ਨਾ ਗਰਮ ਪਾਣੀ ਦੇ ਵਿੱਚ ਉਬਾਲ ਦਿੱਤਾ। ਕਿਉਂ? ਉਹਨਾਂ ਨੂੰ ਸ਼ਾਇਦ ਇਹ ਭੁਲੇਖਾ ਸੀ, ਸੋਚਦੇ ਸਨ ਕਿ ਪਾਣੀ ਵਿੱਚ ਉਬਾਲਾਂਗੇ ਨਾ ਸਰੀਰ ਹੈ ਜਿਹੜਾ ਬਾਹਰੀ ਤੌਰ ਤੇ ਛਾਲੇ ਹੋ ਜਾਣਗੇ, ਜੇਕਰ ਅੰਦਰ ਸੇਕ ਨਾ ਪਹੁੰਚਿਆ ਤੇ ਮੱਲਮ ਪੱਟੀ ਕਰਕੇ ਦਵਾਈ ਕਰਕੇ ਨਾ ਬਚਾਇਆ ਜਾ ਸਕਦਾ। ਪਾਣੀ ਦੇ ਵਿੱਚ ਉਬਾਲਿਆ। ਗੁਰੂ ਸਾਹਿਬ ਜੀ ਨੂੰ ਫੇਰ ਪੁੱਛਿਆ ਕਿ ਸ਼ਰਤਾਂ ਮੰਨ ਲਓ। ਪਾਤਸ਼ਾਹ ਜੀ ਨੇ ਨਾ ਕਰ ਦਿੱਤੀ। ਅਗਲਾ ਦਿਨ ਆਇਆ। ਅਗਲੇ ਦਿਨ ਫੇਰ ਤਸੀਹੇ ਦਿੱਤੇ ਗਏ ਤੇ ਫਿਰ ਤੀਸਰੇ ਦਿਨ ਨਾ ਪਾਤਸ਼ਾਹ ਜੀ ਨੂੰ ਤੱਤੀ ਤਵੀ ਗਰਮ ਕੀਤੀ ਗਈ। ਸਵੇਰ ਤੋਂ ਲੈ ਕਰਕੇ ਅੱਜ ਲੱਕੜਾਂ ਲਾ ਕਰਕੇ ਮਣਾ ਮੋਹੀ ਲੱਕੜਾਂ ਕੁਆਲ ਦਿੱਤੀਆਂ। ਲੱਕੜਾਂ ਲਾ ਕਰਕੇ ਨਾਲੇ ਤੇ ਤੱਤੀ ਰੇਤ ਤਿਆਰ ਕੀਤੀ ਗਈ ਤੇ ਨਾਲੇ ਫਿਰ ਤੱਤੀ ਤਵੀ ਬਹੁਤ ਲਾਲ ਕਰ ਲਈ ਗਈ। ਤੇ ਪਾਤਸ਼ਾਹ ਜੀ ਸਰੀਰ ਹੁਣ ਛਾਲਿਆਂ ਨਾਲ ਭਰਿਆ ਪਿਆ ਹੈ ਤੇ ਸਤਿਗੁਰੂ ਜੀ ਨੂੰ ਜੋ ਜਲਾਦ ਪਕੜ ਕਰਕੇ ਲੈ ਕਰਕੇ ਆਏ, ਤੱਤੀ ਤਵੀ ਕੋਲੇ ਆਣ ਕਰਕੇ ਨਾ ਪਾਤਸ਼ਾਹ ਜੀ ਦੇ ਥੋੜੇ ਸਮੇਂ ਥੋੜਾ ਜਿਹਾ ਨੇੜਾ ਆ ਕਰਕੇ ਨਾ ਉਹਨਾਂ ਨੇ ਛੱਡ ਦਿੱਤਾ। ਸਤਿਗੁਰੂ ਜੀ ਆਪੇ ਹੀ ਤੱਤੀ ਤਵੀ ਵੱਲ ਤੁਰੇ ਜਾਂਦੇ ਹਨ ਤੇ ਪਾਤਸ਼ਾਹ ਜੀ ਜਦੋਂ ਤਵੀ ਦੇ ਨੇੜੇ ਪਹੁੰਚੇ ਹਨ ਨਾ ਤੇ ਇੱਕਦਮ ਰੁਕ ਗਏ। ਤੇ ਇਹ ਸਾਰੀ ਕਿਰਿਆ ਕਰਨ ਤੋਂ ਪਹਿਲਾਂ ਨਾ ਤੇ ਚੰਦੂ ਕਹਿੰਦਾ ਹੈ ਕਿ ਤੁਹਾਡਾ ਸਰੀਰ ਹੈ ਨਾ ਤਵੀ ਤੇ ਬੈਠਦਿਆਂ ਛਾਰ ਐ ਭੁੱਜ ਜਾਣਾ ਹੈ, ਤੁਸੀਂ ਖਤਮ ਹੋ ਜਾਣਾ ਹੈ। ਅੱਜ ਤੋਂ ਬਾਅਦ ਤੁਹਾਡਾ ਵਜੂਦ ਖਤਮ ਹੈ। ਅੱਜ ਵੀ ਮੰਨ ਜੋ, ਹਜੇ ਵੀ ਮੈਂ ਕਹਿ ਦਿੰਨਾ ਹਾਂ ਵੀ ਭਾਈ ਰੁਕ ਜੋ, ਜਲਾਦਾਂ ਨੂੰ ਆਖ ਦਿੰਨੇ ਆ। ਤੇ ਪਾਤਸ਼ਾਹ ਜੀ ਕੁਝ ਨਾ ਬੋਲੇ। ਜਦੋਂ ਤੱਤੀ ਤਵੀ ਦੇ ਕੋਲੇ ਗਏ ਨਾ ਤੇ ਸਤਿਗੁਰੂ ਜੀ ਤੱਤੀ ਤਵੀ ਨੂੰ ਦੇਖ ਕੇ ਕਹਿਣ ਲੱਗੇ, ਕਿਸੇ ਲਿਖਾਰੀ ਨੇ ਲਿਖਿਆ ਬਹੁਤ ਸੋਹਣਾ ਕਿ ਚੰਦੂ ਚੰਦਰਾ ਚੰਦ ਚੜਾਉਣ ਲੱਗਾ, ਕਹਿਣ ਲੱਗਾ ਤਵੀ ਤਬਾਉ ਛੇਤੀ, ਸੂਰਜ ਲਾ ਕੇ ਪੀ ਕੇ ਰੇਤ ਉਸ ਦੀ, ਗੁਰੂ ਅਰਜਨ ਦੇ ਸੀਸ ਤੇ ਪਾਉ ਛੇਤੀ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਏ ਤੇ ਜਦੋਂ ਨਜ਼ਦੀਕ ਆਏ ਨਾ ਤੱਤੀ ਤਵੀ ਨੂੰ ਦੇਖ ਕੇ ਕਹਿਣ ਲੱਗੇ ਚੰਦੂ ਤੇਰੀ ਜਿਹੜੀ ਨਾ ਤਵੀ ਹੈ ਨਾ, ਤੂੰ ਆਖਦਾ ਇਹ ਲਾਲ ਹੋ ਚੁੱਕੀ ਹੈ। ਇਸ ਤਵੀ ਦੇ ਵਿੱਚ ਨਾ ਹਜੇ ਉਹ ਰੰਗ ਨਹੀਂ ਬਣਿਆ ਜਿਹੜਾ ਸ਼ਹੀਦੀ ਮੰਗਦੀ ਹੈ। ਤੂੰ ਆਪਣੇ ਵੱਲੋਂ ਜ਼ੋਰ ਲਾ ਲਿਆ। ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਪਾਤਸ਼ਾਹ ਜੀ ਨੇ ਬਚਨ ਪੜਿਆ ਬਾਣੀ ਦਾ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਨਕ ਨਾਮ ਪਦਾਰਥ ਮੰਗੈ। ਸਤਿਗੁਰੂ ਜੀ ਦੇ ਘਰ ਦਾ ਸ਼ਬਦ ਉਚਾਰਨ ਕਰਦੇ ਰਹੇ। ਇਤਨੇ ਨੂੰ ਸਿਰ ਦੇ ਉੱਤੇ ਤੱਤੀ ਜਿਹੜੀ ਰੇਤ ਪੈਂਦੀ ਹੈ ਉਹ ਪੜਪੂੰਜਾ ਪਾਉਂਦਾ ਰਿਹਾ ਤੇ ਪੜਪੂੰਜੇ ਦਾ ਉੱਥੇ ਇੱਕ ਹੋਰ ਘਟਨਾ ਘਟ ਜਾਂਦੀ ਹੈ
ਪਰ ਭੁੰਜੇ ਨੇ ਕੀ ਦੇਖਿਆ, ਪਾਤਸ਼ਾਹ ਜੀ ਇਤਨੇ ਤਸੀਹੇ ਆਪਣੇ ਸਰੀਰ ਤੇ ਚੱਲ ਰਹੇ ਹਨ। ਦੇਖਦਿਆਂ ਪਾਤਸ਼ਾਹ ਜੀ ਦੇ ਵੱਲ ਜਦੋਂ ਬੜੇ ਪਿਆਰ ਨਾਲ ਦੇਖਿਆ ਨਾ, ਉਹ ਕੜਛਾ ਸੀ ਜਿਹੜਾ ਰੇਤ ਵਾਲਾ ਉਹ ਰੁਕ ਗਿਆ, ਮਤਲਬ ਕਿ ਰੇਤ ਪਾਉਣਾ ਉਸਨੇ ਬੰਦ ਕਰ ਦਿੱਤੀ। ਤੇ ਚੰਦੂ ਕਹਿਣ ਲੱਗਿਆ, ਭਾਈ ਤੂੰ ਕਿਉਂ ਬੰਦ ਕੀਤੀ ਹੈ, ਤੂੰ ਆਪਣਾ ਕੰਮ ਕਰ। ਤੇ ਪਾਤਸ਼ਾਹ ਜੀ ਨੇ ਨੇਤਰ ਖੋਲੇ ਤੇ ਨੇਤਰ ਖੋਲ ਕੇ ਪੁੱਛਣ ਲੱਗੇ, ਭੜਪੂੰਜੇ ਜਲਾਦ, ਤੇਰਾ ਤੇ ਕੰਮ ਹੈ, ਤੂੰ ਆਪਣਾ ਕੰਮ ਕਰ। ਪਾਤਸ਼ਾਹ ਜੀਓ, ਮੈਂ ਆਪਣੇ ਇਹਨਾਂ ਹੱਥਾਂ ਦੇ ਨਾਲ ਪਤਾ ਨਹੀਂ ਕਿਤਨੇ ਲੋਕਾਂ ਨੂੰ ਮਾਰ ਦਿੱਤਾ ਹੈ, ਕਿਤਨੇ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ, ਪਰ ਅੱਜ ਮੇਰਾ ਮਨ ਹੈ ਜਿਹੜਾ ਇਹ ਕਹਿੰਦਾ ਹੈ ਕਿ ਤੁਹਾਡੇ ਸਿਰ ਦੇ ਉੱਤੇ ਮੇਰੇ ਹੱਥਾਂ ਤੋਂ ਨਾ ਰੇਤ ਨਹੀਂ ਪਾਈ ਜਾ ਰਹੀ, ਮੇਰੇ ਹੱਥ ਕੰਬ ਰਹੇ ਹਨ। ਪਾਤਸ਼ਾਹ ਜੀ ਕਿਰਪਾ ਕਰ ਦੇ। ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ, ਐਸੀ ਦ੍ਰਿਸ਼ਟੀ ਬਖਸ਼ਿਸ਼ ਕੀਤੀ ਨਾ, ਤੇ ਫਿਰ ਉਹ ਰੇਤ ਪਾਉਂਦਿਆਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਛੁੜ ਕਰਕੇ ਆਖਣ ਲੱਗਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਫਿਰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਲਿਖਿਆ ਹੈ ਨਾ ਕਿ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਰ ਗਰਭ ਨਾ ਆਇਓ। ਸਾਧ ਸੰਗਤ ਜੀਓ, ਇੱਕ ਰੇਤ ਪਾਉਣ ਵਾਲਾ ਭੜਪੂੰਜਾ ਜਲਾਦ ਜੇ ਪਾਤਸ਼ਾਹ ਜੀ ਦਾ ਨਾਮ ਲੈ ਕਰਕੇ ਤੇ ਉਸਨੇ ਨਾ ਨਾਮ ਜਪਦਿਆਂ ਨਾ ਇਤਨੀ ਲਿਵ ਲੱਗੀ, ਲੋਕਾਂ ਨੇ ਉਸ ਨੂੰ ਬੌਰਾਨਾ ਕਹਿ ਦਿੱਤਾ ਕਿ ਤੇ ਮਸਤ ਹੋ ਗਿਆ ਹੈ। ਤੇ ਗਲੀਆਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦਾ ਕੋਈ ਸਮਾਂ ਆਇਆ ਉਸਨੇ ਆਪਣਾ ਸਰੀਰ ਛੱਡ ਦਿੱਤਾ। ਇਹ ਗੱਲ ਪੱਕੀ ਹੈ ਕਿ ਉਹ ਜਿਹੜਾ ਭੜਪੂੰਜਾ ਜਲਾਦ ਸੀ ਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਾਮ ਜਪਦਿਆਂ ਸੱਚਖੰਡ ਜ਼ਰੂਰ ਗਿਆ ਹੋਵੇਗਾ, ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜ਼ਰੂਰ ਜੁੜਿਆ ਹੋਵੇਗਾ। ਤੇ ਜੇ ਇੱਕ ਭੜਪੂੰਜਾ ਜਲਾਦ ਨਾਮ ਜਪ ਕਰਕੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਸਕਦਾ ਹੈ, ਜੁੜ ਸਕਦਾ ਹੈ, ਅਸੀਂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਸਿੱਖ ਹਾਂ। ਅਸੀਂ ਵੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੜੀ ਸ਼ਿੱਦਤ ਭਾਵਨਾ ਦੇ ਨਾਲ ਜਪੀਏ। ਸਾਰੇ ਜਾਣਿਆਂ ਨੇ ਕਿਰਪਾ ਕਰਨੀ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ। ਜਪਿਓ ਜਿਨ ਅਰਜਨ ਦੇਵ ਗੁਰੂ। ਆਪ ਜੀ ਸਮੂਹ ਸਾਧ ਸੰਗਤ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਜੁੜੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨ ਜੀ। ਸਮੂਹ ਸਾਧ ਸੰਗਤ ਨੂੰ ਆਪਸੀ ਪ੍ਰੇਮ ਅਤੇ ਇਤਿਫਾਕ ਦੀ ਦਾਤ ਬਖਸ਼ਿਸ਼ ਕਰਨ ਜੀ। ਸਤਿਗੁਰੂ ਜੀ ਰਹਿਮਤਾਂ ਕਰਨ, ਜਿਤਨੀਆਂ ਵੀ ਸੇਵਾਵਾਂ ਹੋਈਆਂ ਹਨ ਸਾਰਿਆਂ ਦੀਆਂ ਸੇਵਾਵਾਂ ਪਾਤਸ਼ਾਹ ਜੀ ਦਰ ਤੇ ਪ੍ਰਵਾਨ ਕਰਨ ਜੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।